ਵਾਹਿਗੁਰੂ 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 ਵਾਹਿਗੁਰੂ। ਹਾਂਜੀ ਹਾਂਜੀ ਗੁਰਮੁਖ ਪਿਆਰਿਓ, ਆ ਜਾਓ। ਸਾਕਾ ਸ੍ਰੀ ਚਮਕੌਰ ਸਾਹਿਬ ਜੀ ਦਾ ਪ੍ਰਸੰਗ ਆਪਾਂ ਸਾਂਝਾ ਕਰਨਾ ਹੈ। ਕਿਸ ਤਰ੍ਹਾਂ ਗੁਰੂ ਹਾਂਜੀ ਹਾਂਜੀ ਗੁਰਮੁਖ ਪਿਆਰਿਓ, ਆ ਜਾਓ। ਸਾਕਾ ਸ੍ਰੀ ਚਮਕੌਰ ਸਾਹਿਬ ਜੀ ਦਾ ਪ੍ਰਸੰਗ ਆਪਾਂ ਸਾਂਝਾ ਕਰਨਾ ਹੈ। ਕਿਸ ਤਰ੍ਹਾਂ ਵਾਹਿਗੁਰੂ 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 ਜੀ। ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ, ਸੱਚ ਧਰਮ ਦੀ ਯਾਰਾ ਮੂਰਤ ਗੁਰ ਗੋਬਿੰਦ ਗਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੋਦਾ ਧਰਮ ਬਚਾਇਆ, ਚਾਰੇ ਪੁੱਤਰ ਬਾਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ। ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ, ਤਾਈਓ ਕਲਗੀਆਂ ਵਾਲੇ ਪਾਤਸ਼ਾਹ ਤੈਨੂੰ ਸਭ ਨੇ ਸੀ ਝੁਕਾਇਆ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਵੀ ਸਤਿਗੁਰੂ ਜੀ ਤ੍ਰੈਕਾਲ ਦ੍ਰਿਸ਼ਟੀ ਵਿੱਚ ਚਮਕੌਰ ਸਾਹਿਬ ਦੀ ਜੋ ਮਹੱਤਤਾ ਵਸੀ ਹੋਈ ਸੀ, ਉਸ ਦਾ ਜ਼ਿਕਰ ਅੱਲਾ ਯਾਰ ਖਾਂ ਜੋਗੀ ਨੇ ਇਸ ਤਰ੍ਹਾਂ ਕੀਤਾ ਹੈ। जिस खित्ते में हम कहते थे आना, यह वही है। कल लूट के जह जगह से जाना, यह वही है। जिसदा जय पह बच्चों को कटाना, यह वही है। मटी कह देती है ठिकाना, यह वही है। इसे पिंड विच दो राजपूत भरा, एक दा नाम जगत राय, दूसरे दा नाम रूपचंद सी। कई इतिहासकारां ने इसका नाम बुद्धि चंद भी लिखिया सी। ਇਹਨਾਂ ਪਾਸ ਉੱਚੇ ਟਿੱਬੇ ਉੱਪਰ ਇੱਕ ਕਿਲਾ ਨੁਮਾ ਕਿੱਚੀ ਖੜੀ ਸੀ। ਸਤਿਗੁਰੂ ਜੀ ਨੇ 5 ਸਿੰਘ ਇਹਨਾਂ ਰਾਜਪੂਤਾਂ ਪਾਸ ਗੜੀ ਦਾ ਕਬਜ਼ਾ ਦੇਣ ਲਈ ਭੇਜੇ। ਜਗਤ ਰਾਏ ਨੇ ਕਿਹਾ ਕਿ ਮੈਂ ਆਪਣੀ ਹਵੇਲੀ ਤੁਹਾਨੂੰ ਨਹੀਂ ਦੇ ਸਕਦਾ, ਕਿਉਂਕਿ ਮੁਗਲਾਂ ਫੌਜਾਂ ਤੁਹਾਡੇ ਪਿੱਛੇ ਆ ਰਹੀਆਂ ਹਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਗਤ ਰਾਏ ਨੇ ਗੜੀ ਦਿੱਤੀ ਹੈ, ਤਦੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਦੇਖੋ, ਜਿਨ੍ਹਾਂ ਦੀ ਖਾਤਰ ਗੁਰੂ ਮਹਾਰਾਜ ਜੀ ਨੇ ਸਾਰਾ ਸਰਬੰਸ ਵਾਰਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ। ਅੱਜ ਉਹੀ 22 ਧਾਰ ਦੇ ਰਾਜੇ ਜਿਹੜੇ ਹਿੰਦੂ ਰਾਜੇ ਸਨ ਤੇ ਕੁਝ ਪਠਾਨ ਰਾਜੇ ਸਨ, ਜਿਨ੍ਹਾਂ ਦੇ ਵਿੱਚੋਂ ਕਸ਼ਮੀਰ ਦੀ ਫੌਜ, ਲਾਹੌਰ ਤੋਂ ਸੂਬੇਦਾਰ, ਸਰਹੰਦ ਦਾ ਵਜ਼ੀਰ ਖਾਂ ਤੇ 22 ਧਾਰ ਦੇ ਰਾਜੇ। ਤੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ ਹੋਇਆ ਸੀ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰੂਪਚੰਦ ਨੇ ਸਿੰਘਾਂ ਨਾਲ ਆ ਕੇ ਸਾਹਿਬਾਂ ਨੂੰ ਮੱਥਾ ਟੇਕਿਆ, ਜਿਹੜਾ ਜਗਤ ਰਾਏ ਦਾ ਛੋਟਾ ਭਰਾ ਸੀ, ਅਤੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਸਾਡੀ ਸੁਤੰਤਰਤਾ ਵਾਸਤੇ ਆਪਣੇ ਸਾਰੇ ਸੁੱਖ ਆਰਾਮ ਛੱਡ ਕੇ ਸਾਡੀ ਖਾਤਰ ਇੰਨੇ ਯਫਰ ਜਾਲ ਰਹੇ ਹੋ। ਇਸ ਵਿਖਮ ਸਮੇਂ ਮੈਂ ਹੋਰ ਤਾਂ ਤੁਹਾਡੀ ਕੋਈ ਖਿਦਮਤ ਨਹੀਂ ਕਰ ਸਕਦਾ, ਪਰ ਮੇਰੇ ਹਿੱਸੇ ਦੀ ਅੱਧੀ ਹਵੇਲੀ ਤੁਹਾਡੇ ਹਵਾਲੇ ਹੈ। ਤੁਸੀਂ ਕਿਰਪਾ ਕਰਕੇ ਮੇਰੀ ਅੱਧੀ ਗੜੀ ਵਿੱਚ ਮੋਰਚਾਬੰਦੀ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕਰੋ। ਗੜੀ ਭਾਵੇਂ ਕੱਚੀ ਹੈ, ਆਪ ਜੀ ਦੇ ਆਨੰਦਪੁਰੀ ਕਿਲਿਆਂ ਦੀ ਬਰਾਬਰੀ ਤਾਂ ਨਹੀਂ ਕਰ ਸਕਦੀ, ਪਰ ਫਿਰ ਵੀ ਰੱਤੇ ਮੈਦਾਨ ਲੜਨ ਨਾਲੋਂ ਆਪ ਜੀ ਨੂੰ ਰੱਖਿਆ ਹਿਤ ਕਾਫੀ ਸਹਾਇਕ ਹੋਵੇਗੀ। ਕਲਗੀਧਰ ਜੀ ਦਾ ਚਮਕੌਰ ਦੀ ਕੱਚੀ ਗੜੀ ਅੰਦਰ ਦਾਖਲ ਹੋਣਾ, ਸਤਿਗੁਰੂ ਜੀ ਨੇ ਜਿੱਥੇ ਰੂਪਚੰਦ ਨੂੰ ਬੇਅੰਤ ਅਸੀਸਾਂ ਬਖਸ਼ੀਆਂ, ਉੱਥੇ ਖੁਸ਼ ਹੋ ਕੇ ਕਾਫੀ ਸਾਰੀਆਂ ਸੋਨੇ ਦੀਆਂ ਮੋਹਰਾਂ ਦੇ ਕੇ ਉਸ ਨੂੰ ਵਿਦਾ ਕੀਤਾ ਤੇ ਅਸੀਸਾਂ ਨਾਲ ਨਿਵਾਜਿਆ।
ਅਤੇ ਸਿੰਘਾਂ ਨੂੰ ਗੜ੍ਹੀ ਅੰਦਰ ਦਾਖਲ ਹੋਣ ਦਾ ਹੁਕਮ ਦਿੱਤਾ, ਜਿਸ ਦਾ ਹਵਾਲਾ ਕਵੀ ਸੈਨਾਪਤੀ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ਦਿੱਤਾ ਹੈ। ਖਬਰ ਸੁਣੀ ਜ਼ਿਮੀਦਾਰ ਨੇ, ਮੱਧ ਵਸੇ ਚਮਕੌਰ, ਸੁਣਤ ਬਚਨ ਤਤਕਾਲ ਹੀ, ਭੈ ਆਇਓ ਉਡ ਦੌਰ। हाथ जोर ऐसे कहो, विनती सुनो करतार, बसो मध चमकौर के अपनी कृपा धार। तवे सवार साहिब है साढ़ बाग की ठौर, सिंह साहब सब ही लिए आए बसे चमकौर। ਜਦੋਂ ਸਿੰਘਾਂ ਨੇ ਗੜ੍ਹੀ ਵੱਲ ਕੂਚ ਕੀਤਾ, ਜਗਤ ਰਾਏ ਆਪਣੇ ਆਪ ਹੀ ਗੜ੍ਹੀ ਖਾਲੀ ਕਰ ਗਿਆ। ਗੁਰਦੇਵ ਜੀ ਤੇ ਸਾਰੇ ਸਿੰਘ ਹੁਣ ਗੜ੍ਹੀ ਅੰਦਰ ਦਾਖਲ ਹੋ ਗਏ ਤੇ ਗੜ੍ਹੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਨੂੰ ਉਪਦੇਸ਼ ਦਿੱਤਾ। ਯੁੱਧ ਕਲਾ ਦੇ ਮਹਾਂਪ੍ਰਵੀਨ, ਜਰਨੈਲਾਂ ਦੇ ਮਹਾਨ ਜਰਨੈਲ ਸਤਿਗੁਰੂ ਜੀ ਨੇ ਕੱਚੀ ਗੜ੍ਹੀ ਦਾ ਚੱਪਾ ਚੱਪਾ ਥਾਂ ਜੰਗ ਦੀ ਵਿਉਂਤਬੰਦੀ ਕਰਨ ਲਈ ਖੁਦ ਆਪ ਬਾਜ ਨਜ਼ਰ ਨਾਲ ਦੇਖਿਆ ਅਤੇ ਸਾਰੇ ਸਿੰਘਾਂ ਨੂੰ ਆਵਾਜ਼ ਮਾਰ ਕੇ ਇੱਕ ਥਾਂ ਇਕੱਤਰ ਕਰਕੇ ਕਿਹਾ, ਮੇਰੇ ਪਿਆਰਿਓ, ਤੁਹਾਨੂੰ ਅਨੰਦਪੁਰ ਛੱਡਣ ਤੋਂ ਰੋਕਿਆ ਸੀ। ਜੇ 8 ਦਿਨ ਹੋਰ ਰੁਕ ਜਾਂਦੇ ਤਾਂ ਵਿਗੜੇ ਸਮੇਂ ਨਾ ਹੁੰਦੇ। 8 ਦਿਨ ਰੁਕ ਜਾਂਦੇ, ਆਪੇ ਇਹਨਾਂ ਧਰਮੀਆਂ ਨੇ ਘੇਰਾ ਚੁੱਕ ਲੈਣਾ ਸੀ, ਪਰ ਕਾਲੇ ਸਿੰਘਾਂ ਨੇ ਮਾਤਾ ਜੀ ਤੱਕ ਪਹੁੰਚ ਕਰਕੇ ਸਾਨੂੰ ਕਿਲ੍ਹਾ ਛੱਡਣ ਲਈ ਮਜਬੂਰ ਕੀਤਾ ਅਤੇ ਕਿਹਾ ਕਿ ਤੁਸੀਂ ਹਿੰਦੂਆਂ ਦੀ ਸਾਲਗਰਾਮ ਤੇ ਗਊ ਦੀ ਸਹੁੰ ਅਤੇ ਔਰੰਗਜ਼ੇਬ ਦੇ ਦਸਤਕਾਂ ਵਾਲੀ ਕੁਰਾਨ ਦੀ ਜਾਮਨ ਦੇਣ ਦੀ ਸਹੁੰ ਤੇ ਯਕੀਨ ਕਰਕੇ ਅਨੰਦਪੁਰ ਦਾ ਕਿਲ੍ਹਾ ਛੱਡਦੇ ਹੋ। ਹੁਣ ਤੁਸੀਂ ਅਤੇ ਅਨੰਦਪੁਰ ਵਾਸੀਆਂ ਨੇ ਜੇਰਾ ਨਾ ਕੀਤਾ ਤੇ ਧਰਮੀਆਂ ਦੀਆਂ ਕਸਮਾਂ ਉੱਤੇ ਯਕੀਨ ਕਰਨ ਲਈ ਮਜਬੂਰ ਕੀਤਾ। ਜਿਹਦਾ ਸਿੱਟਾ ਤੁਹਾਡੇ ਸਾਹਮਣੇ ਹੈ, ਪਰ ਕਰਤਾਰ ਦਾ ਭਾਣਾ ਜੋ ਹੋਣਾ ਸੀ ਉਹ ਹੋ ਗਿਆ ਹੈ। ਅੱਜ ਤੋਂ ਮੇਰਾ ਖਾਲਸਾ ਪੰਥ ਕਦੇ ਵੀ ਇਹਨਾਂ ਧਰਮਹੀਣਾਂ ਦੀ ਸਹੁੰ ਤੇ ਯਕੀਨ ਨਾ ਕਰੇ, ਕਿਉਂਕਿ ਹਿੰਦੂ ਪੱਥਰ ਪੂਜ ਪੂਜ ਕੇ ਪੱਥਰ ਦਿਲ ਹੋ ਚੁੱਕੇ ਹਨ। ਕਿਉਂਕਿ ਦੇਖੋ, ਹਿੰਦੂ ਤਾਂ ਪਹਿਲਾਂ ਹੀ ਬਹੁਤ ਗੁਲਾਮੀ ਸਹਿ ਚੁੱਕੇ ਸਨ। ਗੁਲਾਮੀ ਸਹਿਣ ਨਾਲ ਜ਼ਮੀਰ ਵੀ ਖਤਮ ਹੋ ਚੁੱਕੀ ਸੀ, ਪਰ ਸਾਰਿਆਂ ਦੀ ਨਹੀਂ। ਧਰਮ ਕੋਈ ਮਾੜਾ ਨਹੀਂ, ਧਰਮ ਦੇ ਵਿੱਚ ਮਾੜੇ ਚੰਗੇ ਬੰਦੇ ਹਰ ਇੱਕ ਧਰਮ ਦੇ ਵਿੱਚ ਹੁੰਦੇ ਆ। ਦੂਸਰੇ ਪਾਸੇ ਜ਼ਾਲਮ ਮੁਸਲਮਾਨਾਂ ਨੇ ਸੱਚੇ ਧਰਮ ਨੂੰ ਤਿਲਾਂਜਲੀ ਦੇ ਕੇ ਆਪਣੀ ਅੱਖਾਂ ਉੱਪਰ ਤਵਸਬ ਦੀ ਪੱਟੀ ਬੰਨ ਰੱਖੀ ਹੈ। ਪਰਜਾ ਉੱਪਰ ਜ਼ੋਰ ਜ਼ੁਲਮ ਕਰਕੇ ਉਹਨਾਂ ਦਾ ਹਿਰਦਾ ਇੰਨਾ ਕਠੋਰ ਹੋ ਗਿਆ ਹੈ ਕਿ ਉਹ ਜ਼ੋਰ ਜ਼ੁਲਮ ਕਰਨ ਨੂੰ ਪਾਪ ਹੀ ਨਹੀਂ ਸਮਝਦੇ, ਸਗੋਂ ਪਰਜਾ ਉੱਪਰ ਜ਼ੋਰ ਜ਼ੁਲਮ ਕਰਨ ਸਵਾਬ ਪੁੰਨ ਦਾ ਕੰਮ ਸਮਝ ਕੇ ਲਕਾਈ ਉੱਪਰ ਅਤਿਆਚਾਰ ਕਰਦੇ ਹਨ। ਮੇਰਾ ਖਾਲਸਾ ਭਵਿੱਖ ਵਿੱਚ ਨਾ ਤਾਂ ਇਹਨਾਂ ਦੀਆਂ ਸਹੁੰਆਂ ਤੇ ਯਕੀਨ ਕਰੇ ਅਤੇ ਨਾ ਹੀ ਕਦੀ ਇਹਨਾਂ ਦਾ ਆਸਰਾ ਲਵੇ। ਜਦੋਂ ਜਦੋਂ ਵੀ ਮੇਰਾ ਖਾਲਸਾ ਇਹਨਾਂ ਦੇ ਅਤਵਾਰ ਕਰਕੇ ਇਹਨਾਂ ਦੀ ਓਟ ਤੱਕੇਗਾ, ਤਦੋਂ ਹੀ ਧੋਖਾ ਖਾਵੇਗਾ ਅਤੇ ਗਿਰਾਵਟ ਵਿੱਚ ਜਾਵੇਗਾ। ਖਾਲਸਾ ਜੀ, ਤੁਸੀਂ ਹਮੇਸ਼ਾ ਆਪਣੇ ਜੀਵਨ ਵਿੱਚ ਚਾਰਾਂ ਦੀ ਓਟ ਲੈਣੀ ਹੈ। ਪਹਿਲੀ ਓਟ ਹੈ ਅਕਾਲ ਪੁਰਖ ਦੀ, ਦੂਜੀ ਗੁਰੂ ਦੀ, ਤੀਸਰੀ ਸੱਚ ਦੀ ਅਤੇ ਚੌਥੀ ਸਵੈ ਓਟ ਆਪਣੇ ਬਲ ਦੀ। ਜਿੰਨਾ ਚਿਰ ਖਾਲਸਾ ਇਹਨਾਂ ਚੌਹਾਂ ਓਟਾਂ ਦਾ ਧਾਰ ਨਹੀਂ ਰਹੇਗਾ, ਖਾਲਸੇ ਦਾ ਤੇਜ ਦਿਨੋਂ ਦਿਨ ਵਧੇਗਾ। ਜਦੋਂ ਚੌਹਾਂ ਓਟਾਂ ਵਿੱਚੋਂ ਇੱਕ ਦਾ ਵੀ ਤਿਆਗ ਕਰੇਗਾ, ਤਦੋਂ ਖਾਲਸੇ ਦਾ ਤੇਜ ਘਟੇਗਾ। ਸਤਿਗੁਰਾਂ ਨੇ ਵੀਰ ਰਸ ਵਿੱਚ ਆ ਕੇ ਵਚਨ ਕੀਤਾ ਕਿ ਤੁਸੀਂ ਸਾਰੇ ਪਰਖ ਦੀ ਘੜੀ ਵਿੱਚ ਪੂਰੇ ਉਤਰਨ ਵਾਲੇ ਸੱਚੇ ਸੁੱਚੇ ਆਤਮਿਕ ਜੀਵਨ ਵਿੱਚ ਜਿਉਂ ਉੱਠੇ ਧਰਮੀ ਖਾਲਸੇ ਹੋ। ਸਾਡੇ ਚਾਰ ਸਵੇਰੇ ਕਸਮਾਂ ਸਗੰਧਾਂ ਸਿੱਕੇ ਟੰਗ ਕੇ ਧਰਮੀ ਫੌਜਾਂ ਤੇ ਲਟੇਰਿਆਂ ਦਾ ਜਹਾਦੀ ਘੇਰਾ ਕੋਹਾਂ ਵਿੱਚ ਹੈ। ਇਸ ਘੇਰੇ ਵਿੱਚੋਂ ਸਾਡਾ ਜਿਉਂਦੇ ਜੀ ਬਚ ਕੇ ਨਿਕਲ ਜਾਣਾ ਅਸੰਭਵ ਹੈ। ਹੁਣ ਇੱਕ ਪਾਸੇ ਤੁਸੀਂ ਧਰਮੀ ਲੋਕ ਖਾਲਸਾ ਹੋ, ਦੂਸਰੇ ਪਾਸੇ ਅਧਰਮੀਆਂ ਦਾ ਜਮਘਟਾ ਧਰਮ ਤੇ ਸੱਚ ਨੂੰ ਮਿਟਾਉਣ ਵਾਸਤੇ ਚੜ ਆਇਆ ਹੈ। ਸਰੀਰਕ ਮੌਤ ਨਿਸ਼ਚੈ ਹੈ, ਪਰ ਅਸੀਂ ਧਰਮੀਆਂ ਨੂੰ ਮੈਦਾਨ ਜੰਗ ਵਿੱਚ ਦੱਸ ਦੇਣਾ ਹੈ ਕਿ ਆਤਮਿਕ ਜੀਵਨ ਜਿਉਂ ਉੱਠ ਬੰਦੇ 1.25 ਲੱਖ ਦੇ ਵੀ ਭਾਰੂ ਹੁੰਦੇ ਹਨ। ਹੁਣ ਦੇਖੋ ਵੀ 10 ਲੱਖ ਫੌਜ ਦਾ ਘੇਰਾ ਗੁਰੂ ਕਲਗੀਧਰ ਮਹਾਰਾਜ ਜੀ ਸ੍ਰੀ ਜਫਰਨਾਮਾ ਸਾਹਿਬ 10ਵੇਂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਲਿਖਦੇ ਹਨ, ਜਦੋਂ ਔਰੰਗਜ਼ੇਬ ਨੂੰ ਮਹਾਰਾਜ ਨੇ ਜਫਰਨਾਮਾ ਲਿਖਿਆ। ਹੁਣ ਕਈ ਵੀਰ ਇੱਥੇ ਤਰਕ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਸਮੇਂ ਦੀ ਖੋਜ ਸਮਝਦੇ ਆ, ਵੀ ਅਸੀਂ ਸਮੇਂ ਨਾਲ ਖੋਜ ਕਰਦੇ ਹਾਂ, ਆਹ ਕਰਨ ਦੀ ਲੋੜ ਨਹੀਂ, ਉਹ ਕਰਨ ਦੀ ਲੋੜ ਨਹੀਂ, ਬਸ ਬੈਠੇ ਵੀਡੀਓ ਜੀ ਬਣਾ ਕੇ ਚਾੜ ਦਿੰਦੇ ਆ ਸਵੇਰੇ, ਉਹ ਬੰਦੇ ਵੀ ਆ। ਪਰ ਜੇ ਤੁਸੀਂ ਲਾਓ ਵੀ 22 ਧਾਰ ਦੇ ਰਾਜੇ ਨੇ
फिर कश्मीर का राजा, फिर लाहौर का, तो फिर सूबा सरहंद है। 22 धार के राजिਆਂ ਕੋਲ जे आप मान लीए भी 50-50 हज़ार फौज होगी तो 11 ਲੱਖ फौज तो उन्होंने होगी। बाकी सूबे सरहंद कोले किते ਲੱਖ 2 ਲੱਖ तो फौज घट नहीं सी, लाहौर कोले घट नहीं सी। 10 ਲੱਖ का तो सच्चे पातशाह ने मोहर लत दी है भी 10 ਲੱਖ फौज ने घेरा पाया। खालसा जी पटना सिक्खी का पंगूड़ा सी ਅਤੇ आनंदपुर सिक्खी का स्कूल जिथे तुसी अकाल पुरख के हुक्म में साजे खालसाई पंथ की माणमती जीवन जाच सिखना की। अज चमकौर की धरती सिक्खी की प्रीख्या का स्थान है। अज इत्थे 10 पीढ़ियां की परख होनी है। ये मुकदस स्थान है जिस थां ते उच्ची सुरत के मालकां ने सवा लख नाल लड़ना है। वो थां है जिथे खालसे ने गुरु ग्रंथ साहब की ताबिया गुरु पदवी प्राप्त करनी है। ये थां है जिस स्थान नूं मेरे बिंदी अते नादी पुत्रा ने अपने खून नाल सिंज के सर्व उत्तम तीर्थ बना देना है। ਗਿਆਨੀ ਸੋਹਣ ਸਿੰਘ जी शीतल ने गुरु पातशाह जी के अरमानां नूं एक बैत के रूप विच हेठ लिखे अनुसार रूपमान किया है। ये थां है आप परमात्मा ने अज सिक्खी नूं जिथे अजमावना है। यह थां है पंथ मटाउण खातर बल दुश्मना ने जिथे लावना है। यह थां है काल दे दास जिथे 1.25 ਲੱਖ नाल एक लड़ावना है। ये थां अजीत जिंझार जिथे हुली खून की खेड़ के जावना है। ये थां है मार के बहरियां नूं झंडा पंथ का जिथे झलावना है। ये थां है कल नूं वाहिगुरु तो जिथों सुरखरू हो के जावना है। पुत्र वार करतार दे खालसे तो फिर धर्म का पिता सदावना है। ये थां है जिथों की धूड़ परसन कदे शीतला देवत्या आवना है। अज फिर श्री चमकौर साहिब की धरती ते लखां ही संगतां जुड़दियां ने। बादशाह दरवेश कलगीधर पातशाह शमशीर बहादुर साहिब कमाल श्री गुरु गोबिंद सिंह साहिब जी ਸਿੰਘਾਂ ਨੂੰ जंग विच जूझण तो पहला मुखातब हुक बचन कर रहे सन कि खालसा जी जदों आपां रोपड़ पहुंचे संत तो तुरकां नूं सूह देण वाली एल चीज़ दे अंदर को सच की कणी सी। सानू रास्ता रोक दस दिता गया सी कि दिल्ली मलेरकोटले अते सरहंद तो ताजा 10 ਲੱਖ फौज नामवर जरनैलां वजीर खां सूबेदार सरहंद नार खां हैबत खां इस्माइल खां उस्मान खां सुल्तान खां ख्वाजा खिजर खां जहान खां मियाँ खां दिलावर खां जबरदस्त खां आदि कमान हेठ बाहोदाही भज्जी आ रही है। हुण इन्नी फौज के कमांडर सूबे सरहंद नाल ने। तुसीं वेख ही रहे हो पहाड़ी फौजां ते बेहता जहादी लटेरे गढ़ी नूं घेरा कत बैठे हैं। तुसीं चढ़दी कला वाले होंदे हमेशा चढ़दी कला विच रह के सच तो आपां घोल घुमाउणा है। तुहाडीआं शहीदियां रंग लिआउणगीआं। मुगल राज हुण थोड़े दिन का मेहमान है। तुसीं मर मर के भी नहीं मरोगे, सदा लई अमर हो जावोगे। मरदा वो है जिसकी जमीर मर जाती है, जिउंदी जमीर वाले सदा जिउंदे रहिंदे हन। असीं हार नहीं मननी। साडी सरीरक हार विच भी साडी जित झलकारे मारेगी। संसार ते तुसीं अनोखे पूरने वाह के मरना है। आउण वालियां पीढ़ियां इन्हां कसमां हाਰਨ वालियां नूं लाहनतां पाउणगीआं ते लोक तुहाडी बहादरी दीआं बारां गाउणगे कि किवें 40 भुੱਖਣ भाणे ते कई दिन तो संग्राम विच जूझदे फट्टां नाल जख्मी होया ਸਿੰਘਾਂ ने 10 ਲੱਖ ताजा फौज नाल मुकाबला कीता। तुसीं वेख ही रहे हो कि किवें ये धर्मी लोक अल्लाहू अकबर अते या अली के नारे मार मार के अल्लाह ते नबी के नाम नूं भी कलंकित कर रहे हैं। इन्हां अकल दे आनिਆਂ नूं शर्म नहीं आउंदी कि भुੱਖਣ भाणे 40 ਸਿੰਘਾਂ नाल 10 ਲੱਖ फौज का मलखईया लड़न लई आण इकट्ठा होया है। पर तुसीं इन्हां बगैरतां दे जम घटे नूं वेख के झवी नहीं खानी। सच ते अणख दी खातर पुरजा पुरजा कट के शहीदियां पा जाणियां हन, पर इन्हां धर्मियां दी ईन नहीं मननी। अरदास करिए कि अकाल पुरख सानू इस प्रीख्या की घड़ी विचों पूरे उतरन का बल बख्शे। ਗਿਆਨੀ ਸੋਹਣ ਸਿੰਘ जी शीतल ने ਆਪਣੀਆਂ ਵਾਰਾਂ ਵਿੱਚ ਉਸ ਸਮੇਂ ਦੇ ਕੱਚੀ ਗੜੀ ਨੂੰ ਪੈ ਘੇਰੇ ਦੇ ਦ੍ਰਿਸ਼ ਨੂੰ ਹੇਠ ਲਿਖੇ ਅਨੁਸਾਰ ਚਿਤਰਨ ਕੀਤਾ ਹੈ।
बैरियां दा दल लथा आण चमकौर विच 10 ਲੱਖ चढ़ आया सिक्खी दे मटाउण नूं ਗੱਜਦੇ ने गाजी अली अली कह मैदान विच गाने हत्थी बधे ने शहीदियां दे पाउण नूं टिड्डी दल वांग घेरा पा लिया गढ़ी दे ताई मारदे ने नारे सुती मौत दे जगाउण नूं सीतर अनोखा घोल होऊ चमकौर विच 40 खड़े 10 ਲੱਖ नाल टकराउण नूं। सतगुरु जी के वीर रसी बचन सुन के सिंघां ने गुरदेव जी के चरणों में शीश नवाया ते भाई साहब भाई दया सिंह जी राही खालसे ने गुरदेव जी नूं बेनती की, पिता गुरदेव जी अज लोगों ने पिता होर ही बना लिया पंजाब की धरती ते। ਜਿਹੜੇ ਲੋਕਾਂ ਨੂੰ ਨੀਵਿਆਂ ਨੂੰ ਉੱਪਰ ਚੱਕਿਆ ਰੰਘਰੇਟੇ ਗੁਰੂ ਕੇ ਬੇਟੇ ਦਾ ਮਾਣ ਬਖਸ਼ਿਆ ਤਾਂ ਅੱਜ ਉਹਨਾਂ ਨੇ ਪਿਤਾ ਸਰਸੇ ਵਾਲਾ ਬਣਾਇਆ ਹੋਇਆ ਜਿਹਦੇ ਕਿੰਨੇ ਹੀ ਕੇਸ ਚੱਲਦੇ ਹਨ। पर पिता गुरु कलगीधर महाराज विच दुनिया विच ना कोई होया ते ना कोई होना है। शीश तां असीं उस समय ही भेंट कर दिते सन जदों तुसीं आप जी दी शरण आके अमृत दी दात प्राप्त कीती सी। आ जो मिट्टी दे सहरा धड़ ते चुकी फिरदे आ, इह भी आप जी दी अमानत है। जिथे भी आप जी इन्हां नूं वरतना चाहो वरत लवो। दास हाज़र हन। ਸਿੰਘਾਂ ਦਾ उत्तर सुन के सतगुरु जी गदगद होए ते खालसे नूं असीसां दित्तियां। ਸਿੰਘਾਂ ने बोले सो निहाल सत श्री अकाल दे जकारे छड्ड के आसमान नूं गजा दित्ता। ਇਹ सुन के बचन हजूर दे ਸਿੰਘ बेनती करदे ते हथ बन 40 सूरमे सिर चरनी धरदे। जो जन्मे खंडे धार चों कदम उतों डरदे। जिन्हां दिल दित्ते इनकार ना सिर देणों करदे। जो सन्न पतंगे लाड़ते ना होके भरदे। क्यों तके वो लाड़ी मौत नूं सिंह हस हस वरदे। जो आस कौमी अणख दे सल सीने जरदे। ओ खूनी ने विच शीतला तेगां दे तरदे। चमकौर दी गढ़ी दे अंदर दा दृश ਸਿੰਘਾਂ विचली वीरता ते अणख दी चंगियाड़ी सतगुरु जी दी जसीली तकरीर नाल भांबड़ बन गई सी। इस तों बाद चढ़दी कला दे मालक दी हजूरी विच विचर रहे खालसे का टिकाणा बनी गढ़ी दे अंदरला दृश अल्लाह जार खां जोगी ने गंज शहीदां विच इस तरह बयान किया है कि हुण भुखण भाणे थकावट नाल चूर होए ਸਿੰਘਾਂ ने रात दा आराम करन लई उपराले रंभे। ठंड तो बचण लई अपने ही वस्त्रां दे छोटे ਜਿਹੇ तंबू बना के सिर लुकाउण दा वसीला बनाया गया। सारे जोधे अपने कमर कसे खोल के बड़ी शांति नाल गुरदेव सतगुरु जी के इर्द गिर्द इकट्ठे हो गए। सतगुरु जी ने सोदा रहला साहब का पाठ आरंभ किया अते सारे ਸਿੰਘਾਂ ने रल के करतार की सिफत विच हाजरी लवाई। कैसी तरसयोग हालत है कि कड़ाके की ठंड विच कईयां दिनां दे भुखियां नूं अज भी कोई लंगर पानी ना नसीब होया। कड़ाक भुखे विच ही अज दी रात भी गुजरेगी। भुखे त्रिहाए ठंडे मौसम विच महीनिਆਂ तो बैरी नाल लोहा लैंदियां थक के चूर होए गुरु दे लाडले गढ़ी अंदर पहुंच के जमीन उपर ही घोड़ियां दीयां काठियां पर पाउण वाले वस्त्र विसा के रड़े मैदान ही लम्मे पै गए। कुछ सिंह गुरु साहब वल्लों लगी हुई जिम्मेवारी तहत पहरे की ड्यूटी ते डट गए। गुरु साहब भी ਸਿੰਘਾਂ नूं जगा जगा तैनात करके आप इस गढ़ी दे दसत्ते मकान दे एक हिस्से विच जिथे ਸਿੰਘਾਂ ने जमीन उपर भी अपने वस्त्र विछा के सतगुरु जी के आराम का इंतजाम किया सी। उस कमरे में आण पुजे थकावट नाल चूर होए सिंह नींद की गोद में चले गए। पर सतगुरु जी अपने आसन ते आके अकाल पुरख की मिठड़ी याद विच जुड़ गए। कुछ लेट गए खाक पे जी पोस विसा कर पहरा लगे देने कई तलवार उठा कर। गोविंद भी सवा हुए खेमा में जाकर देखा तो वहां बैठे हैं गर्दन को चुका कर। वाहे गुरु है मुंह से निकलता है तू ही तू है मुंह से निकलता। जद 1.5 घड़ी इस तरह खुदा की बंदगी में सतगुरु जी ने बतीत की तदों हौले जे अपने आसन तो उठ के बाहर अहाते विच आ गए जिथे सतगुरु जी के प्यारे गुरसिख रड़े मैदान आराम कर रहे सन। मेरे साईं जी बड़े सहजे तो रहे सन कि उन्होंने मुबारक चरणों की आट नाल
ਮਤਾ ਇੰਨੇ ਦਿਨਾਂ ਦੇ ਅਨੀਂਦਰਿਆਂ ਦੇ ਝੰਬੇ ਹੋਏ ਮੇਰੇ ਲਾਡਲਿਆਂ ਦੀ ਅਨੀਂਦਰ ਵਿੱਚ ਕਿਸੇ ਕਿਸਮ ਦਾ ਖਲਲ ਕਾਟ ਪਵੇ। ਇਸ ਵਕਤ ਵੀ ਸਤਿਗੁਰੂ ਜੀ ਦੀ ਮਨੋਵਰਤੀ ਪ੍ਰਭੂ ਸਿਮਰਨ ਵਿੱਚ ਲੀਨ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਕਿ ਗੁਰਦੇਵ ਉਸ ਕਰਤਾਰ ਨਾਲ ਗੁਫ਼ਤਗੂ ਕਰ ਰਹੇ ਹੋਵਣ ਕਿ, ਹੇ ਬਾਲਕ ਜੀਓ, ਮੈਂ ਤੇਰੀ ਰਜਾ ਵਿੱਚ ਖੁਸ਼ ਹਾਂ। ਕਿਰਪਾ ਕਰੋ, ਜਿਸ ਧਰਮ ਕਾਰਜ ਲਈ ਆਪ ਜੀ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ, ਮੈਂ ਇਸ ਨੂੰ ਬਾਖੂਬੀ ਪੂਰੀ ਕਰਕੇ ਸੁਰਖਰੂ ਹੋ ਸਕਾਂ। जब 1.5 कड़ी रात गई जिक्र खुदा में, खेमे से निकल आए सरकार हवा में। कदमों से टहलते थे मगर दिल दुआ में था, बोले ऐ खुदावंद हूँ खुश तेरी रजा में। करतार से कहते थे गोआ रूबरू होकर, कल जाऊंगा चमकौर से मैं सुरखरू होकर। धन गुरु कलगीधर जी उस मालक का शुक्र करते चढ़ती कला विच आराम कर रहे ਸਿੰਘਾਂ ਵੱਲ फेरा मारते ते अपनी मेहर दृष्टि पाउंदे, मारी मान विच असीसा दिंदे अंतरात्मे विचार रहे सन कि मेरे प्यारे, मेरे एक हुक्म तो आपा निशावर करन वाले एक अध दिन दे ही मेहमान हन। कल जदों घमसान दा युद्ध होवेगा, ਇਹ ਮੇਰੇ दिली प्यारे भी मैं तो शरीर करके सदा ਲਈ विछड़ जाणगे। 4 ਸਾਹਿਬਜ਼ਾਦੇ ਸਨ, ਹੁਣ ਮੇਰੇ ਸਾਥ 2 ਹਨ, शरीर करके 2 विछड़ चुके ਹਨ। ਵੱਡੇ 2 ਲਾਲ ਜੋ ਨਾਲ ਹਨ, ਕੱਲ ਯੁੱਧ ਵਿੱਚ ਇਹ ਵੀ ਪ੍ਰਭੂ ਨੂੰ ਪਿਆਰੇ ਹੋ ਜਾਣਗੇ। ਨਾਲ ਹੀ ਆਪ ਅਜਾਬੇ ਦਿਲ ਨਾਲ ਵਿਚਾਰਾਂ ਕਰ ਰਹੇ ਸਨ ਕਿ ਠੀਕ ਹੈ, ਮੇਰੇ ਸਾਹਿਬਜ਼ਾਦੇ ਤੇ ਪਿਆਰੇ ਸਿੰਘ ਵੈਕੁੰਠ ਦਾ ਆਨੰਦ ਮਾਣਨਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੋਦ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੋਦ ਵਿੱਚ ਜਾ ਬੈਠਣਗੇ। ਮੇਰੇ ਮਾਲਕ ਦਾ ਜੋ ਮੈਨੂੰ ਹੁਕਮ ਹੋਏਗਾ, मैं सिर मत्थे उसनूं कुरबान चढ़ावांगा। सोए हुए शेरों को गले अपने लगाया, सतगुरु ने दलेरों को गले अपने लगाया। थे 4 हो अब 2 ही, सहज जय भी न होंगे। हम सबर करेंगे जो अगर जय भी न होंगे। ਹੁਣ ਜਦੋਂ ਸਤਿਗੁਰੂ ਜੀ ਇਹਨਾਂ ਦਗਦਾ ਕਰਦੇ ਚਿਹਰਿਆਂ ਵਾਲੇ ਮਰਜੀਵੜਿਆਂ ਦੇ ਦੀਦਾਰ ਕਰਦੇ ਅਗਾਂਹ ਕਦਮ ਪੁੱਟਣ ਲੱਗੇ ਤਾਂ ਅਗਾਂਹ ਤੁਰਨ ਦਾ ਹੌਸਲਾ ਨਾ ਪਿਆ। ਇੰਝ ਭਾਸ ਰਿਹਾ ਸੀ ਕਿ ਗੁਰਸਿੱਖਾਂ ਦੇ ਅਦੁੱਤੀ ਪਿਆਰ ਨੇ ਸਾਹਿਬਾਂ ਦੇ ਚਰਨਾਂ ਨੂੰ ਗੁਰਬਖੜੀ ਪਾ ਲਈ ਹੋਵੇ। ਹੁਣ ਪ੍ਰੇਮ ਦਾ ਅਦੁੱਤੀ ਸਾਗਰ ਲਬਾ ਲਬ ਭਰ ਕੇ ਉਸਲ ਪਿਆ। ਕਦਮ ਅਗਾਂਹ ਨੂੰ ਵੱਧ ਸਕੇ, ਅਗਾਂਹ ਨਾ ਵੱਧ ਸਕੇ ਮੇਰੇ ਪਿਆਰੇ ਚੋਜੀ ਪ੍ਰੀਤਮ। ਸਿੰਘਾਂ ਦੇ ਸਿਰ ਵਾਲੇ ਪਾਸੇ ਹੋਏ ਅਤੇ ਬੜੀ ਹੀ ਕੋਮਲਤਾ ਸਹਿਜਤਾ ਦੇ ਨਾਲ ਮਰਜੀਵੜੇ ਸਿੰਘਾਂ ਦੇ ਗਲੇ ਹਲਕੂਮ ਅਤੇ ਮੱਥਿਆਂ ਦਹਿ ਨੂੰ ਚੁੰਮਿਆ ਅਤੇ ਬਾਅਦ ਵਿੱਚ ਬੜੀ ਸਹਿਜਤਾ ਨਾਲ ਸਿੰਘਾਂ ਦੇ ਚਰਨਾਂ ਵਾਲੇ ਪਾਸੇ ਆ ਕੇ ਉਹਨਾਂ ਦੇ ਚਰਨ ਚੁੰਮਣ ਲੱਗੇ। ਹੈ ਕੋਈ ਐਸਾ ਗੁਰੂ ਦੁਨੀਆ 'ਚ? ਬਾਹ ਦਾਤਿਆ ਵਾਹ ਆਪਣੇ ਪਿਆਰੇ ਗੁਰਸਿੱਖਾਂ ਪ੍ਰਤੀ ਜੋ ਪਿਆਰ ਦੀ ਅਹਿੰਤਾ ਸਤਿਗੁਰੂ ਜੀ ਦੇ ਹਿਰਦੇ ਵਿੱਚ ਸੀ, ਉਸ ਨੂੰ ਗੁਰਦੇਵ ਜੀ ਨੇ ਚਮਕੌਰ ਦੀ ਹਵੇਲੀ ਵਿੱਚ ਪ੍ਰਗਟ ਕੀਤਾ। संसार की रहबरी के इतिहास में जही मिसाल नहीं मिलनी। जैन सिंहों ने कल मौत के साहिल था उतरना, कल सुबह था जिन खालसों ने जंग में मरना। वाली से शहीदों को हुआ जब गुजरना, मुश्किल हुआ इस जा से कदम आगे को धरना। चुमा कवि हलकूम धन चूमने बैठे, जब 35 आए तो चरण चूमने बैठे। इस घड़ी सतगुरु जी ने जब तकिया कि थकावट ਅਤੇ ठंड नाल बेसुरत होके नींद ਦੀ ਗੋਦੀ ਵਿੱਚ ਸੁੱਟੀ ਆਰਾਮ ਕਰ ਰਹੇ ਸਿੰਘਾਂ ਦੇ ਜੋ ਛੋਟੇ ਦਸਤਾਰੇ ਹਨ ਉਹ ਸਿਰਾਂ ਤੋਂ ਖਿਸਕ ਗਏ ਹਨ। ਪਿਆਰੇ ਗੁਰਦੇਵ ਜੀ ਨੇ ਬੜੇ ਸਹਿਜ ਨਾਲ ਸਾਫਿਆਂ ਨੂੰ ਚੁੱਕ ਕੇ ਝਾੜਿਆ ਅਤੇ ਹੌਲੀ ਜਿਹੀ ਸਿਰਾਂ ਦੇ ਪਾਸ ਰੱਖ ਦਿੱਤਾ। ਘੋੜਿਆਂ ਦੀਆਂ ਕਾਠੀਆਂ ਦੇ ਬਣਾਏ ਹੋਏ ਸਰਾਣਿਆਂ ਦਾ ਸਿੰਘਾਂ ਦੀਆਂ ਧੌਣਾਂ ਵੀ ਸੜਕੀਆਂ ਹੋਏ ਸਨ। ਸਰਕੇ ਹੋਏ ਸਿਰਾਂ ਨੂੰ ਸਿੱਧਿਆਂ ਕਰਕੇ ਮੁੜ ਕਾਠੀਆਂ ਤੇ ਟਿਕਾ ਦਿੱਤਾ। ਜੈ ਸਿੰਘ ਦੇ ਪਾਵਨ ਕੇਸ ਨੀਂਦ ਵਿੱਚ ਪਏ ਹੋਏ ਦੇ ਖੁੱਲ ਗਏ ਸਨ। ਗੁਰੂ ਸਾਹਿਬ ਨੇ ਹੌਲੀ ਹੌਲੀ ਝਾੜੇ ਤੇ ਕੇਸਾਂ ਉੱਪਰ ਲੱਗੀ ਮਿੱਟੀ ਨੂੰ ਆਪਣੇ ਮੁਬਾਰਕ ਮਸਤਕ ਨਾਲ ਲਾ ਕੇ ਸਿਜਦਾ ਕੀਤਾ। ਸ਼ਾਸਤਰ ਵੀ ਬੇਤਰਤੀਬੇ ਹੋਏ ਪਏ ਸਨ। ਗੁਰਦੇਵ ਜੀ ਨੇ ਖਿੰਡੇ ਪੁੰਡੇ ਸ਼ਾਸਤਰਾਂ ਨੂੰ ਵੀ ਤਰਤੀਬਵਾਰ ਸਜਾਇਆ। ਗੱਲ ਕੀ ਸੀ ਕਿ ਸਤਿਗੁਰੂ ਜੀ ਨੇ ਨੀਂਦ ਵਿੱਚ ਸੁੱਤੇ ਪਏ ਆਪਣੇ ਪਿਆਰਿਆਂ ਦੀ ਹਰ ਵਕਤ ਨੂੰ
ਤਰਤੀਬ ਦੇ ਕੇ ਸਿੰਘਾਂ ਦੀ ਖੁਦ ਖਿਦਮਤ ਕੀਤੀ। ਜੋਗੀ ਅੱਲਾ ਯਾਰ ਖਾਂ ਲਿਖਦੇ ਨੇ ਕਿ ਖੁਦਾ ਦੀ ਕਸਮ ਹੈ, ਮੈਂ ਕਿਸੇ ਰਹਿਬਰ ਵਿੱਚ ਅਜਿਹੀ ਪਿਆਰ ਨਾਲ ਰੇਜ਼ ਕਰਨ ਦਾ ਅਪਕਾਰੀ ਗੁਣ ਤੇ ਆਪਣੀ ਉਮਤ ਨਾਲ ਕਿਸੇ ਪੈਗੰਬਰ ਦਾ ਇਤਨਾ ਇਲਾਹੀ ਪਿਆਰ ਨਹੀਂ ਵੇਖਿਆ, ਜਿਸ ਪਿਆਰ ਦਾ ਇਜ਼ਹਾਰ ਕਲਗੀਧਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਰਹੇ ਹਨ। साफे कवि सिंहों के उठाते थे जमी से, केस इसके जो झाड़े तोली खाक उसकी थी जबी से। सर ठीक किए सर के हुए बाल सजी सोए, तरतीब दी हर चीज को ला ला के कही से। हादसा किसी मुर्शद में ये असारा नहीं जार नहीं है, जय प्यार किसी पीर में जिनहार नहीं है। हादसा किसी मुर्शद में जय इसार नहीं है, यह प्यार किसी पीर में जिनहार नहीं है। सो इत्थे ही प्रसंग की आपां समाप्ति करते हैं। सामा समय किस तरह फिर चमकौर साहब जी का युद्ध होया, वो सारा वर्णन आप जी दे नाल साझा करांगे। तेरे वर्गा होर न कोई इस धरती ते आया, सच धर्म दी यारा मूर्त गुरु गोबिंद खवाया। दिल्ली दे वल पिता तोड़ के डुੱਡਾ धर्म बचाया, चारे पुत्र बाहर धर्म तो फिर भी रब दा शुक्र मनाया। दे के पहुल खंडे दी खालसा पंथ सजाया, ताइयों कलगियां वाले पातशाह तैनू सब ने सीख सिखाया। चमक पवे चमकौर गुरु दे लालां दी, चमक पवे चमकौर गुरु दे लालां दी। चमक पवे चमकौर गुरु दे लालां दी, चमक पवे चमकौर गुरु दे लालां दी। चमक पवे चमकौर गुरु दे लालां दी, चमक पवे चमकौर गुरु दे लालां दी। सूरा सो पहचानिए जो लरे दीन के हेत, पुरजा पुरजा कट मरे कबू न साडे खेत। वाहिगुरु जी का खालसा वाहिगुरु जी की फतेह। धन गुरु नानक धन गुरु नानक। वाहिगुरु जी आप जी का इतिहास भूलदे होइयां नेकां भुल्लां गलतियां दी खिमा बख्शनी, चढ़दी कला बख्शनी जी। नानक नाम चढ़दी कला तेरे पाने सब। वाहिगुरु जी का खालसा वाहिगुरु।